कि सारे कैंਡੀਡੇਟਸ ਨੂੰ आप ਪੁੱਛਿਆ कि ਤੁਸੀਂ ਹੱਕ 'ਚ ਹੋ ਆਡਿਟ ਦੇ। ਅਸੀਂ ਨਿੱਕੀ ਜੀ ਨੂੰ ਪੁੱਛਿਆ, ਅਸੀਂ ਪੈਟਰਿਕ ਬਰਾਊਨ ਨੂੰ ਪੁੱਛਿਆ। ਸੋ ਨਿੱਕੀ ਜੀ ਦਾ ਕਹਿਣਾ ਸੀਗਾ ਮੈਂ ਸਭ ਤੋਂ ਪਹਿਲੇ ਆਡਿਟ ਕਰਾਉਂਗੀ, ਤੁਸੀਂ ਵੀ ਕਹਿੰਦੇ ਹੋ ਮੈਂ ਆਡਿਟ ਕਰਾਉਂਗਾ। ਪੈਟਰਿਕ ਬਰਾਊਨ ਕਹਿੰਦੇ ਕਿ ਆਡਿਟ ਹਰ ਸਾਲ ਹੁੰਦਾ ਹੈ ਸਿਟੀ ਦਾ, ਹਰ ਸਾਲ 'ਚ ਇੱਕ ਆਡਿਟ ਹੁੰਦਾ ਹੈ। ਕਿਹੜੇ ਆਡਿਟ ਦੀ ਗੱਲ ਕਰਦੇ ਹਾਂ? ਮੇਅਰ ਬਣ ਕੇ ਮੈਂ ਪਿਛਲੇ 4 ਸਾਲ ਦਾ ਆਡਿਟ ਵੀ ਕਰਾਉਣਾ, ਜਿਹੜਾ ਸਾਡੇ ਫੰਡ ਮਿਸਯੂਜ਼ ਹੋਏ ਨੇ ਉਹ ਲੋਕਾਂ ਨੂੰ ਪਤਾ ਲੱਗਣੇ ਚਾਹੀਦੇ ਆ ਕੀ ਕੁਛ ਉੱਥੇ ਹੋਇਆ, ਕਿੰਨੇ ਸਾਡੇ ਫੰਡ ਮਿਸਯੂਜ਼ ਹੋਏ ਨੇ, ਤਾਂ ਆਡਿਟ ਹੋਣਾ ਚਾਹੀਦਾ। ਉਹ ਹੋਰ ਕੋਈ ਕੈਂਡੀਡੇਟ ਇਹ ਗੱਲ ਨਹੀਂ ਕਰ ਸਕਦਾ, ਦੇ ਆਰ ਇਨਸਾਈਡਰ। ਤਾਂ ਅਸੀਂ ਉਹ ਇਨਫੋਰਮੇਸ਼ਨ ਸਾਰੀ ਜੋ ਕੁਛ ਲੋਕਾਂ ਨਾਲ ਹੋਇਆ ਉਹ ਬਾਹਰ ਲੈ ਕੇ ਆਵਾਂ। ਦੇਖੋ ਜਿਹੜਾ ਆਡਿਟ ਹੁੰਦਾ, ਜੇ ਉਹ ਆਡਿਟ ਹੁੰਦਾ ਫਿਰ ਸਾਹਮਣੇ ਕਿਉਂ ਨਹੀਂ ਆਇਆ? ਜਿਹੜਾ KMPG ਆਡਿਟ ਕਰਦੀ ਆ ਉਹ ਸਾਲ ਦੀ ਰਿਪੋਰਟ ਭੇਜਦੀ ਆ, ਓਪਨਲੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਜਿਹੜਾ ਮੈਂ ਉਹਦੀ ਗੱਲ ਕਰਦਾ ਕਿ ਜਿਹੜੇ ਸਕੈਂਡਲ ਉੱਥੇ ਹੋਏ ਨੇ, ਜੇ ਯੂਨੀਵਰਸਿਟੀ ਦਾ ਸਕੈਂਡਲ ਹੋਇਆ $6,29,000 ਪੈਟਰਿਕ ਬਰਾਊਨ ਨੇ ਆਪਣੇ ਬੜੀ ਦੇ ਮੁੰਡੇ ਦੀ ਕੰਸਲਟ ਕੰਪਨੀ ਦੇ ਦਿੱਤਾ, ਉਹਦੇ ਤੇ ਪਤਾ ਤਾਂ ਲੱਗਣਾ ਚਾਹੀਦਾ ਨਾ। ਉੱਦਾਂ ਦੇ ਸਕੈਂਡਲ ਹੋਰ ਕਿੰਨੇ ਨੇ? $1,80,000 ਆਪਣੇ ਲਾਅਰ ਦੀ ਫੀਸ ਪੇ ਕੀਤੀ, ਨਿੱਕੀ ਕੌਰ ਨੇ $1 ਮਿਲੀਅਨ ਸਾਡਾ ਖਰਾਬ ਕੀਤਾ, ਜਾਂ ਹੋਰ ਕਿੰਨੇ ਸਕੈਂਡਲ ਨੇ? $60,000 ਗੁਰਪ੍ਰੀਤ ਢਿੱਲੋਂ ਨੂੰ ਦਿੱਤਾ ਗਿਆ, ਜਾਂ ਹੋਰ ਕਿੰਨੇ ਹੋਰ ਸਕੈਂਡਲ ਨੇ। ਹੋਰ ਕੁਝ EMPLOYE ਜਿਹੜੇ ਪੈਟਰਿਕ ਬਰਾਊਨ ਨੇ ਲਿਆ ਕੇ ਆਪਣੇ ਉੱਥੇ ਬਿਠਾਏ ਆ, ਜਿਨ੍ਹਾਂ ਦੀ ਬੈਕਗਰਾਊਂਡ ਬਹੁਤ ਉਹਨਾਂ ਦੀ ਮਾੜੀ ਸੀ, ਤੇ ਉਹਨਾਂ ਲੋਕਾਂ ਨੇ ਸ਼ਹਿਰ ਦਾ ਨੁਕਸਾਨ ਕੀਤਾ। ਕੀ ਉਹ ਆਡਿਟ ਹੋਇਆ? ਅਸੀਂ ਜਦੋਂ ਵੀ ਆਉਂਦੇ ਆ, ਜੋ ਅੱਜ ਦੀ ਕੰਡੀਸ਼ਨ ਹੈਗੀ ਹੈ, ਜਿਹੜੀ ਦੁਬਾਰਾ ਅਸੀਂ ਕਹੀ ਜਾਂਦੇ ਆ ਵੀ ਰੈਜ਼ੀਡੈਂਸ ਦੇ ਜਿਹੜੇ ਪੈਸੇ ਆ ਉਹ ਸਹੀ ਥਾਵਾਂ ਤੇ ਵਰਤੇ ਨਹੀਂ ਜਾਂਦੇ। ਆਪ ਦੇ ਫਾਇਦੇ ਵਾਸਤੇ ਸਿੰਗਲ ਸੋਰਸਡ, ਜਿਹਦੀ ਬੈਟਰ ਸਰਵਿਸ ਨਹੀਂ ਦੇਖੀ ਜਾਂਦੀ, ਬੈਸਟ ਵੈਲਿਊ ਨਹੀਂ ਦੇਖੀ ਜਾਂਦੀ, ਉਹ ਜਿਹੇ ਕੰਟਰੈਕਟਸ ਬਾਹਰ ਸਿਟੀ ਦੇ 4 ਸਾਲਾਂ ਦੇ ਵਿੱਚ ਗਏ ਆ ਤੇ ਆਪ ਦੇ ਫਰੈਂਡਸ ਐਂਡ ਨੋਨਸ ਨੂੰ ਦਿੱਤੇ ਗਏ ਆ। ਐਂਡ ਔਨ ਟਾਪ ਆਫ ਦੈਟ ਜੋ ਪ੍ਰੋਕਿਊਰਮੈਂਟ ਪ੍ਰੋਸੀਜਰਸ ਆ ਉਹ ਫੋਲੋ ਨਹੀਂ ਹੋਏ। ਉਹ ਚੀਜ਼ਾਂ ਤੇ ਅਸੀਂ ਇੱਕ ਚੀਜ਼ ਤੇ ਆਡਿਟ ਕਰਾਂਗੇ, ਕਿਉਂਕਿ ਜਿਹੜਾ ਰੈਜ਼ੀਡੈਂਟ ਹੈ ਨਾ, ਇਹਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਸਿਟੀ ਤੇ ਮੈਂ ਟੈਕਸ ਦਿੰਦਾ ਮੇਰੇ ਪੈਸੇ ਕਿੱਥੇ ਵਰਤੇ ਜਾਂਦੇ ਤੇ ਕਿਉਂ ਵਰਤੇ ਜਾਂਦੇ। ਜਿੰਨਾ ਚਿਰ ਅਸੀਂ ਜਾ ਕੇ ਇਹ ਨਹੀਂ ਦੇਖਦੇ ਵੀ ਸਾਡਾ ਬੈਂਕ ਬੈਲੈਂਸ ਕੀ ਆ, ਉੱਥੇ ਕੀ ਕੁਝ ਹੋਇਆ, ਤੇ ਫਿਰ ਅਸੀਂ ਰਲ ਕੇ ਪ੍ਰੋਵਿੰਸ ਤੇ ਫੈਡਰਲ ਗਵਰਨਮੈਂਟ ਨੂੰ ਪੁੱਛਾਂਗੇ ਵੀ ਸਾਨੂੰ ਜੋ ਸਾਡਾ ਫੇਅਰ ਸ਼ੇਅਰ ਪਿਛਲੇ 4 ਸਾਲਾਂ ਦੇ ਵਿੱਚ ਨਹੀਂ ਮਿਲਿਆ, ਪਲੀਜ਼ ਸਾਨੂੰ ਉਹ ਦਿੱਤਾ ਜਾਵੇ। Here's an example. So when you run against people who have no municipal experience, one from Hamilton, one from Mississauga, they don't understand how Brampton City Hall works. We do an audit every year. KPMG does the audit. It's publicly available. And if they were involved in any aspect of municipal governance, they would know that's publicly available. It's mandatory. So every year there is already audit? Of course. So there won't be any forensic audit in the new term, whosoever is your council team member? We do an audit every year. It's mandatory. The other very divisive issues for us, as you know, we talked about on your show, was the barn. You know, we had a councillor who wanted to give $1 million to buy a barn from Caledon. The value of the barn was $30,000. His wife worked for that group, and I thought it was a blatant conflict of interest. It was incredibly an abuse of taxpayer dollars. This was on the front page of the Toronto Sun. Right. And I thought to myself, I know he was offended. He was upset. He's like, "Why are you attacking, my wife's organization?" I said, "I'm not attacking your wife's organization, but councillor, I cannot defend you spending $1 million of taxpayer money on something that's not worth it. That's not good value for taxpayers." And so it would have been easier for me just to say, "Okay, let the councillor do it." But I cannot sit idly by and watch a councillor waste taxpayer money. If that ever happened again, I would call it out. Voters elected me to be a fiscal hawk. Voters elected me to make sure we watch the pennies and the dollars at City Hall, and I'm going to continue to do that.